ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਸਾਹਿਬ ਸ੍ਰੀ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ, ਇਸ ਦੇ ਉੱਪਰ ਆਪਣੀ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਿ ਸਾਰੀ ਜਿਹੜੀ ਦੁਨੀਆ ਹੈ ਨਾ ਉਹ ਮੰਗਤੀ ਹੈ, ਉਹ ਵਾਹਿਗੁਰੂ ਤੋਂ ਦਾਤਾ ਹਮੇਸ਼ਾ ਮੰਗਦੀ ਰਹਿੰਦੀ ਹੈ। ਪਰ ਜਿਹੜਾ ਵਾਹਿਗੁਰੂ ਹੈ ਨਾ ਕੇਵਲ ਉਹ ਹੀ ਦਾਤਾ ਹੈ, ਉਹ ਹੀ ਜਿਹੜੀਆਂ ਦਾਤਾਂ ਵੰਡਣ ਵਾਲੀ ਸ਼ਕਤੀ ਆ। ਕਿਉਂ? ਦਾਤੇ ਦਾਤ ਰੱਖੀ ਹੱਥ ਆਪਣੇ, ਉਸਨੇ ਸਾਰੀਆਂ ਦਾਤਾਂ ਨੂੰ ਆਪਣੇ ਹੱਥ ਵਿੱਚ ਆਪਣੇ ਕੰਟਰੋਲ ਦੇ ਵਿੱਚ ਰੱਖਿਆ ਹੋਇਆ। ਪਰ ਨਾਲ ਬਾਣੀ ਕਹਿੰਦੀ ਜਿਸ ਭਾਵੇ ਤਿਸ ਦੇ, ਪਰ ਜਿਹੜਾ ਜੀਵ ਨੂੰ ਭਾ ਦਿੰਦਾ ਹੈ ਨਾ ਉਹਨੂੰ ਦੇ ਦਿੰਦਾ ਹੈਗਾ। ਵੈਸੇ ਤਾਂ ਜਦੋਂ ਜੀਵ ਇਸ ਸੰਸਾਰ ਦੇ ਵਿੱਚ ਆਉਂਦਾ ਹੈਗਾ, ਆਉਣ ਤੋਂ ਪਹਿਲਾਂ ਹੀ ਜੀਵ ਦਾ ਸਾਰਾ ਜਿਹੜਾ ਨਾ ਬੰਦੋਬਸਤ ਹੈਗਾ ਪਰਮੇਸ਼ਰ ਨੇ ਉਹਦੇ ਜੀਵਨ ਤੋਂ ਪਹਿਲਾਂ ਹੀ ਕਰਕੇ ਰੱਖਿਆ ਹੁੰਦਾ। ਦੇਖੋ, ਜਦੋਂ ਜੀਵ ਸੰਸਾਰ 'ਚ ਆਉਂਦਾ ਹੈਗਾ, ਪਰਮੇਸ਼ਰ ਨੇ ਇਸ ਨੂੰ ਬਿਨਾਂ ਕਿਸੇ ਮੁੱਲ ਤੋਂ ਬਿਨਾਂ ਕਿਸੇ ਕੀਮਤ ਤੋਂ ਪਹਿਲਾਂ ਮਾਂ ਬਾਪ ਦੀ ਦੇਣ ਦਿੱਤੀ ਹੁੰਦੀ ਆ, ਉਸ ਤੋਂ ਬਾਅਦ ਫਿਰ ਭੈਣ ਭਰਾਵਾਂ ਦੀ ਦੇਣ ਦਿੱਤੀ ਹੁੰਦੀ ਆ। ਭਾਵ ਕੀ ਆ, ਜ਼ਿੰਦਗੀ ਦੇ ਵਿੱਚ ਜਿੰਨਾ ਵੀ ਜੋ ਰਿਜ਼ਕ ਹੈ, ਕਿੱਥੇ ਇਹਨੇ ਖਾਣਾ ਹੈ, ਕਿੱਥੇ ਪੀਣਾ ਹੈ, ਇਹਦੇ ਦਾਣਿਆਂ ਦਾ ਹਿਸਾਬ, ਇਹਦੀ ਜ਼ਿੰਦਗੀ ਦੇ ਹਰੇਕ ਚੀਜ਼ ਦਾ ਜਿਹੜਾ ਨਾ ਹਿਸਾਬ ਕਿਤਾਬ ਪਰਮੇਸ਼ਰ ਨੇ ਪਹਿਲਾਂ ਹੀ ਪੂਰਾ ਇਸ ਧਰਤੀ ਦੇ ਉੱਤੇ ਖਿਲਾਰ ਕੇ ਰੱਖਿਆ ਹੈ। ਇਸੇ ਕਰਕੇ ਪਰਮੇਸ਼ਰ ਜਿਹੜਾ ਹੈ ਨਾ ਉਹ ਸ਼ਕਤੀ ਜਿਹੜੀ ਹੈਗੀ ਹੈ ਇਸ ਜੀਵ ਨੂੰ ਇਸੇ ਕਰਕੇ ਇਹ ਦੁਆਰ ਕਹਿੰਦੀ ਹੈ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਪਰ ਜਿਵੇਂ ਇਸ ਜੀਵ ਦੀ ਬੋਡੀ ਦੇ ਅੰਦਰ, ਇਸ ਸਰੀਰ ਦੇ ਅੰਦਰ ਪਰਮੇਸ਼ਰ ਨੇ ਦੇਖੋ ਇਸ ਦੇ ਕੰਨਾਂ ਦੇ ਵਿੱਚ ਸੁਰਤ ਪਾਈ ਹੈ ਬਿਨਾਂ ਕਿਸੇ ਕੀਮਤ ਤੋਂ। ਅੰਦਰ ਇਹਦੇ ਵਿੱਚ ਜਿਹੜੇ ਹੈ ਨਾ ਸਵਾਸ ਲੈਣ ਦੀ ਕਿਰਿਆ ਹੈਗੀ ਹੈ, ਇਸ ਨੂੰ ਇਸ ਧਰਤੀ ਵਿੱਚ ਰਹਿਣ ਲਈ ਦੇਖੋ ਕਿੱਡੀ ਭਾਰੀ ਜਿਹੜੇ ਹੈ ਨਾ ਆਕਸੀਜਨ ਦੇ ਭੰਡਾਰ ਹਵਾ ਦੇ ਬਖਸ਼ੇ ਆ। ਇਸ ਤੋਂ ਬਾਅਦ ਦੇਖੋ ਸੂਰਜ ਵਾਸਤੇ ਦਿਨ ਰਾਤ, ਇੰਨੇ ਚਾਨਣ ਵਾਸਤੇ ਐਡੇ ਐਡੇ ਵੱਡੇ ਜੋ ਸੂਰਜ ਰੂਪੀ ਬਲਬ ਹੈ, ਇਸ ਨੂੰ ਸਭ ਗਿਫਟ ਦੇ ਤੌਰ 'ਤੇ ਦਿੱਤੇ ਹੋਏ ਆ। ਅਤੇ ਇਹਦੇ ਅੰਦਰ ਜਿਹੜੇ ਫੇਫੜੇ ਹੈ, ਦਿਲ ਹੈ, ਜਿਗਰ ਹੈ, ਭਾਵ ਕੀ ਹੈ, ਇਸ ਦੀ ਬੋਡੀ ਦੇ ਅੰਦਰ ਹਰੇਕ ਚੀਜ਼ ਐਸੀ ਮੁੱਲੀ ਭਰ ਦਿੱਤੀ ਹੈ ਜਿਹੜੀ ਸੰਸਾਰ ਦੇ ਬਾਜ਼ਾਰਾਂ ਦੇ ਵਿੱਚ ਨਹੀਂ ਮਿਲਦੀ। ਪਰ ਫਿਰ ਵੀ ਹੈ ਨਾ ਇਹ ਜਿਹੜਾ ਜੀਵ ਹੈ ਇਹਦੇ ਅੰਦਰ ਵਾਹਿਗੁਰੂ ਤੋਂ ਸਿਮਰਨ ਤੋਂ ਟੁੱਟਣ ਦੇ ਉੱਤੇ ਹੈ ਨਾ ਇੱਕ ਚੀਜ਼ ਇਹਦੇ ਅੰਦਰ ਬਣਦੀ ਹੈ, ਉਹ ਹੁੰਦੀ ਹੈ ਤ੍ਰਿਸ਼ਨਾ। ਸੋ ਜਿਹੜੀ ਤ੍ਰਿਸ਼ਨਾ ਹੈ ਨਾ ਜਪਜੀ ਸਾਹਿਬ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਤ੍ਰਿਸ਼ਨਾ ਨੂੰ ਹੀ ਦੱਸਿਆ ਹੈ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ। ਭਾਵ ਕੀ ਹੈ, ਜਿਹੜੇ ਭੁੱਖੇ ਲੋਕੀਆਂ ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਹਰ ਟਾਈਮ 24 ਘੰਟੇ 8 ਪੈਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਵੇਗ ਦੇ ਅੰਦਰ ਚੱਲਦੀ ਰਹਿੰਦੀ ਹੈ, ਉਹਨਾਂ ਦੀ ਕਹਿੰਦੇ ਭੁੱਖ ਕਦੀ ਨਹੀਂ ਉਤਰਦੀ। ਚਾਹੇ ਇਸ ਸੰਸਾਰ ਦੀਆਂ ਜੀ ਵੀ ਜਿੰਨੀਆਂ ਪੂਰੀਆਂ ਉਹਨਾਂ ਦੇ ਭੰਡਾਰਾਂ ਦੀਆਂ ਪੰਡਾਂ ਬੰਨ ਕੇ ਉਹਨਾਂ ਨੂੰ ਦੇ ਦਿਓ। ਭਾਵ ਜਿਵੇਂ ਇੱਕ ਸਿਆਣੇ ਦਾ ਕਥਨ ਹੈ, ਜਿਹੜਾ ਭੁੱਖਾ ਹੈ ਕਦੀ ਨਾ ਕਦੀ ਰੱਜ ਜਾਂਦਾ ਹੈ, ਪਰ ਜਿਹੜਾ ਇਨਸਾਨ ਤ੍ਰਿਸ਼ਾਲੂ ਹੋਵੇ ਹੈ ਨਾ ਉਹ ਕਦੀ ਵੀ ਨਹੀਂ ਰੱਜਦਾ ਹੈਗਾ। ਸੋ ਜਿਵੇਂ ਅਸੀਂ ਦੇਖਦੇ ਹਾਂ ਕਿ ਇਸ ਦੁਨੀਆ ਦੇ ਅੰਦਰ ਹਰੇਕ ਇਨਸਾਨ ਦੀ ਜਿਹੜੀ ਆ ਖਾਸ ਕਰਕੇ ਜਿਨ੍ਹਾਂ ਦੀ ਰੁਚੀ ਦੁਨਿਆਵੀ ਵੱਲ ਆ ਨਾ, ਮਨ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਆ, ਉਹਨਾਂ ਦੇ ਅੰਦਰ ਸਭ ਤੋਂ ਜ਼ਿਆਦਾ ਜਿਹੜੀ ਭੁੱਖ ਹੁੰਦੀ ਆ ਉਹ ਹੁੰਦੀ ਹੈ ਧਨ ਦੌਲਤ ਪੈਸੇ ਦੀ, ਮਾਇਆ ਦੀ। ਕਿਉਂਕਿ ਧਨ ਦੌਲਤ ਮਾਇਆ ਦੇ ਅੰਦਰ ਇਹ ਸ਼ਕਤੀ ਹੈਗੀ ਆ ਕਿ ਇਹਦੇ ਨਾਲ ਦੁਨੀਆ ਦੀਆਂ ਇਨਸਾਨ ਉਹ ਸੁੱਖ ਸਹੂਲਤਾਂ ਖਰੀਦ ਸਕਦਾ ਹੈਗਾ ਜਿਹੜੀਆਂ ਸੁੱਖ ਸਹੂਲਤਾਂ ਦੇ ਵਿੱਚ ਉਹ ਆਪਣੀ ਰੁਚੀ ਰੱਖਦਾ ਹੈਗਾ। ਜਿਵੇਂ ਅਸੀਂ ਦੇਖਦੇ ਹਾਂ ਕਿ ਇਸ ਸੰਸਾਰ ਦੇ ਵਿੱਚ ਜਿਹੜੇ ਜੀਵ ਖਾਸ ਕਰਕੇ ਮੱਛੀ ਦੀ ਨਿਆਈ ਹੁੰਦੇ ਹੈ, ਜੀਵਾਂ ਦੇ ਰਸ ਦੇ ਸਵਾਦ ਦੇ ਹੁੰਦੇ ਆ, ਉਹਨਾਂ ਨੂੰ ਸੰਸਾਰ ਦੇ ਪਦਾਰਥਾਂ ਦੀ ਬੜੀ ਭੁੱਖ ਹੁੰਦੀ ਹੈ। ਸੋ ਇਹ ਜਿਹੜੀ ਹੈ ਨਾ ਭੁੱਖ ਆ ਭੋਗਾਂ ਬਲਾਸਾਂ ਦੇ ਰੂਪ ਦੇ ਵਿੱਚ ਇਨਸਾਨ ਜਿਹੜੇ ਆ ਇਹ ਆਪਣੀ ਸਾਰੀ ਜ਼ਿੰਦਗੀ ਇਸ ਰੁਚੀਆਂ ਦੇ ਵਿੱਚ ਹੀ ਫਸੇ ਰਹਿੰਦੇ ਆ। ਅਨੇਕਾਂ ਤਰ੍ਹਾਂ ਦੇ ਭੋਜਨ ਕਰਨ ਦੇ ਬਾਵਜੂਦ ਵੀ ਹੈ ਨਾ ਉਹਨਾਂ ਦਾ ਜਿਹੜਾ ਰਸ ਹੈਗਾ ਜਾਂ ਉਹਨਾਂ ਦੇ ਅੰਦਰ ਜਿਹੜੀ ਤ੍ਰਿਸ਼ਨਾ ਹੈਗੀ ਆ ਉਹ ਕਦੇ ਨਹੀਂ ਮਿਟਦੀ। ਹੋਰ ਤੋਂ ਹੋਰ ਨਵੇਂ ਤੋਂ ਨਵੇਂ ਪਦਾਰਥ ਖਾਣ ਦੀ ਉਹਨਾਂ ਦੇ ਅੰਦਰ ਜਿਹੜੀ ਹੈ ਨਾ ਇਹ ਇੱਛਾ ਜ਼ਾਹਰ ਹੁੰਦੀ ਰਹਿੰਦੀ ਹੈ। ਹਮੇਸ਼ਾ ਕਿਸੇ ਨਾ ਕਿਸੇ ਸ਼ਕਲ ਦੇ ਰੂਪ ਦੇ ਵਿੱਚ ਕੋਈ ਨਾ ਕੋਈ ਨਵੀਂ ਖਾਸ਼ ਉਹਨਾਂ ਦੇ ਅੰਦਰ ਹਮੇਸ਼ਾ ਹੀ ਜਿਹੜੀ ਹੈ ਨਾ ਉਹ ਬਣਦੀ ਰਹਿੰਦੀ ਹੈ। ਸੋ ਦੂਸਰਾ ਕੀ ਹੁੰਦਾ ਹੈਗਾ, ਦੂਸਰਾ ਇਨਸਾਨ ਦੇ ਹੁੰਦਾ ਹੈ ਜ਼ਮੀਨ ਜਾਇਦਾਦਾਂ ਦੀ ਭੁੱਖ। ਹੁਣ ਹਰੇਕ ਇਨਸਾਨ ਦੇ ਅੰਦਰ ਜਿਹਨਾਂ ਦਾ ਸਵਾਦ ਤਰਸ਼ਾਲੂ ਹੁੰਦਾ ਹੈਗਾ, ਜਿੱਥੇ ਇੱਕ ਇਨਸਾਨ ਦੇ ਕੋਲ
ਕੋਲ 1 ਮਰਲਾ ਜ਼ਮੀਨ ਹੈ, ਚਾਹੁੰਦਾ ਹੈ ਕਿ 5 ਮਰਲੇ ਬਣ ਜਾਣ। ਅਗਰ 5 ਮਰਲੇ ਹੈ ਤਾਂ ਉਹ ਕਹਿੰਦਾ ਹੈ ਕਿ 1 ਕਨਾਲ ਜ਼ਮੀਨ ਬਣ ਜੇ, 1 ਆ ਫਿਰ ਕਿੱਲੇ, ਕਿੱਲਿਆਂ ਤੋਂ ਫਿਰ ਜਾਗੀਰਦਾਰੀ ਜਿਹੜੀ ਹੈਗੀ ਆ, ਸਾਰਾ ਸਟੇਟ ਸਿਸਟਮ। ਭਾਵ ਕੀ ਹੈ, ਕਿਸੇ ਨਾ ਕਿਸੇ ਚੀਜ਼ ਦੀ ਕੋਈ ਸੀਮਾ ਨਹੀਂ ਹੈ। ਅੱਗੇ ਤੋਂ ਅੱਗੇ ਇਹ ਜਿਹੜੀ ਹੈ ਨਾ ਭੁੱਖ ਵੱਧਦੀ ਰਹਿੰਦੀ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਭੂਮੀਆਂ ਭੂਮ ਉੱਪਰ ਨਿਤ ਲੂਝੇ, ਛੋੜ ਜਾਏ ਤ੍ਰਿਸ਼ਨਾ ਨਹੀਂ ਬੂਝੇ। ਜਿਵੇਂ ਭੂਮੀਆਂ ਜਿਹੜਾ ਜ਼ਿਮੀਂਦਾਰ ਹੈ, ਜਾਗੀਰਦਾਰ ਹੈਗਾ, ਉਹ ਭੂਮੀ ਖਰੀਦ ਕੇ ਕਹਿੰਦੇ ਉਹ ਇੰਨੀ ਵੀ ਭੂਮੀ ਖਰੀਦ ਪਏ ਵੀ ਫਿਰ ਵੀ ਉਹਦੀ ਜਿਹੜੀ ਤ੍ਰਿਸ਼ਨਾ ਹੈ ਨਾ ਇਸ ਜ਼ਮੀਨ ਜਾਇਦਾਦ ਦੀ, ਉਹ ਕਦੀ ਅੰਦਰ ਬੁੱਝਦੀ ਨਹੀਂ ਹੈ। ਤੀਸਰਾ ਕੀ ਹੁੰਦਾ ਹੈ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਨਸਾਨ ਦੇ ਅੰਦਰ ਸੁੰਦਰ ਮਕਾਲਾਂ, ਮਹਿਲ ਮਾੜੀਆਂ 'ਚ ਰਹਿਣ ਦੀ ਇੱਛਾ ਦੀ ਭੁੱਖ ਜਿਹੜੀ ਹੈਗੀ ਆ, ਉਹ ਵੀ ਨਿਰੰਤਰ ਚੱਲਦੀ ਰਹਿੰਦੀ ਹੈ। ਆਪਾਂ ਪੁਰਾਤਨ ਸਮੇਂ ਦੇਖਦੇ ਹਾਂ ਕਿ ਜਿਵੇਂ ਇੱਕ ਪਰਿਵਾਰ ਦੇ ਅੰਦਰ ਇੱਕ ਮਕਾਨ ਹੁੰਦਾ ਸੀ, ਬਾਕੀ ਘਰ ਦੇ ਵਿੱਚ ਖੁੱਲ੍ਹਾ ਵਿਹੜਾ ਸੀ, ਜਾਂ ਇੱਕ ਛੋਟੀ ਜਿਹੀ ਰਸੋਈ ਕਿਚਨ ਜਿਹੜੀ ਹੁੰਦੀ ਸੀ ਕਿ ਜਿਹਦੇ ਵਿੱਚ ਐਡੇ ਵੱਡੇ ਪਰਿਵਾਰ ਜਿਹੜੇ ਸੀਗੇ ਉਹ ਰਹਿ ਕੇ ਉਸ ਘਰ ਦੇ ਅੰਦਰ ਬੜਾ ਆਨੰਦ ਅਤੇ ਖੁਸ਼ੀਆਂ ਜਿਹੜੀਆਂ ਮਹਿਸੂਸ ਕਰਦੇ ਹੁੰਦੇ ਸੀ। ਪਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਭਾਵੇਂ ਪਰਿਵਾਰ ਜਿਹੜੇ ਆ ਪਹਿਲਾਂ ਦੀ ਤਰ੍ਹਾਂ ਬਹੁਤ ਛੋਟੇ ਆ, ਅਤੇ ਪਰ ਮਕਾਨਾਂ ਦੀ ਜਿਹੜੀ ਗਿਣਤੀ ਆ ਪਹਿਲਾਂ ਦੀ ਤਰ੍ਹਾਂ ਕਈ ਗੁਣਾ ਵੱਧ ਗਈ ਆ। ਭਾਵ ਕੀ ਆ, ਜਿੱਥੇ ਪਹਿਲਾਂ 1 ਮਕਾਨ ਸੀ, 1 ਰਸੋਈ ਸੀ, ਹੁਣ ਉਹ ਸਾਰੇ ਮਕਾਨ ਜਿਹੜੇ ਵੱਡੀਆਂ ਕੋਠੀਆਂ ਅਤੇ ਮਹਿਲਾਂ ਦੀ ਸ਼ਕਲ ਦੇ ਵਿੱਚ ਉਸਰ ਗਏ ਆ। ਹਰੇਕ ਘਰ ਦੇ ਜਿਹੜਾ ਜੀਵ ਹੈਗਾ, ਬੱਚਾ ਹੈਗਾ ਜਾਂ ਬੱਚੀ ਹੈਗੀ ਆ, ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਆਪਣੇ ਵਾਸਤੇ ਅਲੱਗ-ਅਲੱਗ ਕਮਰੇ ਬਣਾ ਰੱਖੇ ਆ। ਪਰ ਫਿਰ ਵੀ ਇੱਕ ਮਕਾਨ ਜਾਂ ਕੋਠੀ ਹੋਣ ਦੇ ਬਾਵਜੂਦ ਵੀ ਇਨਸਾਨ ਦੀ ਭੁੱਖ ਫਿਰ ਅਗਲਾ ਜਿਹੜਾ ਮਕਾਨ ਬਣਾਉਣ 'ਤੇ ਹੁੰਦੀ ਹੈ। 1 ਨਹੀਂ 2-2 4-4 ਕੋਠੀਆਂ, ਕਦੀ ਕਿਤੇ ਕਦੀ ਕਿਤੇ। ਇਹ ਜਿਹੜੀ ਭੁੱਖ ਹੈ ਨਾ, ਇਹ ਵੀ ਇਨਸਾਨ ਨੂੰ ਕਦੇ ਟਿਕਣ ਨਹੀਂ ਦਿੰਦੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਜੀਵਾਂ ਦੇ ਅੰਦਰ ਜਿੱਥੇ ਪੁਰਾਤਨ ਸਮਿਆਂ ਦੇ ਵਿੱਚ 1-2 ਕੱਪੜਿਆਂ ਦੇ ਨਾਲ ਆਮ ਹਰੇਕ ਜਿਹੜਾ ਇਨਸਾਨ ਸੀ ਉਹਦਾ ਗੁਜ਼ਾਰਾ ਸਹਿਜ ਦੇ ਵਿੱਚ ਹੋ ਜਾਂਦਾ ਸੀਗਾ, ਪਰ ਹੁਣ ਅਸੀਂ ਦੇਖਦੇ ਹਾਂ ਕਿ ਕੱਪੜੇ ਪਹਿਨਣ ਦੀ ਰੁਚੀ ਵੀ ਇੰਨੀ ਜ਼ਿਆਦਾ ਵੱਧ ਗਈ ਹੈ। ਮਨ ਇਹਨਾਂ ਦਾ ਜ਼ਿਆਦਾ ਜਾਣੀ ਤ੍ਰਿਸ਼ਾਲੂ ਹੋ ਗਿਆ ਹੈਗਾ ਕਿ ਇੱਕ ਦੇ ਕੋਲ ਇੱਕ ਨਹੀਂ ਹੈ। ਖਾਸ ਕਰਕੇ ਬੀਬੀਆਂ ਦੇ ਸੂਟਾਂ ਦੀ ਅਗਰ ਅਸੀਂ ਭਰਮਾਰ ਦੇਖੀਏ ਤਾਂ ਘਰਾਂ ਦੇ ਵਿੱਚ ਇੰਨੇ ਕੱਪੜੇ ਜਿਹੜੇ ਹੈਗੇ ਉਹ ਆਪਾਂ ਦੇਖਦੇ ਹਾਂ ਕਿ ਉਹਨਾਂ ਨੂੰ ਸਾਂਭਣ ਦਾ ਜਿਹੜਾ ਹੈ ਨਾ ਸਾਡੇ ਅੰਦਰ ਇਸ ਤਰ੍ਹਾਂ ਦੀ ਕੋਈ ਯੁਕਤ ਨਹੀਂ ਹੈ। ਹਰੇਕ ਸਮੇਂ ਦੇ ਵਿੱਚ, ਹਰੇਕ ਮਹੀਨੇ ਤੋਂ ਬਾਅਦ ਜਾਂ ਕਿਸੇ ਨਾ ਕਿਸੇ ਮੌਸਮ ਦੇ ਵਿੱਚ ਕੋਈ ਨਾ ਕੋਈ ਨਵਾਂ ਕੱਪੜਾ, ਨਵਾਂ ਡਿਜ਼ਾਇਨ ਆਉਣ ਦੇ ਨਾਲ ਜਿਹੜੀ ਹੈ ਨਾ ਇਹ ਭੱਜ ਦੌੜ ਜਿਹੜੀ ਹੈਗੀ ਇਹ ਇਨਸਾਨ ਦੀ ਲੱਗੀ ਰਹਿੰਦੀ ਹੈ। ਭਾਵ ਕਿ ਉਸ ਨੂੰ ਇੱਕ ਕੱਪੜੇ ਪਹਿਨਣ ਦੇ ਵਿੱਚ ਯਕੀਨ ਨਹੀਂ ਹੈ ਅਤੇ ਅਨੇਕਾਂ ਤਰ੍ਹਾਂ ਦੀਆਂ ਅਨੇਕਾਂ ਪੋਸ਼ਾਕਾਂ ਪਹਿਨ ਕੇ ਵੀ ਹੈ ਨਾ ਜਿਹੜਾ ਇਨਸਾਨ ਦਾ ਮਨ ਕਦੇ ਨਹੀਂ ਭਰਦਾ। ਭਾਵ ਕਿ ਉਹਦੀ ਜਿਹੜੀ ਅੰਦਰਲੀ ਭੁੱਖ ਫੈਸ਼ਨ ਦੀ ਹੈ ਨਾ ਉਹ ਕਦੀ ਪੂਰੀ ਨਹੀਂ ਹੁੰਦੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਘਰ ਦੇ ਵਿੱਚ ਪਹਿਲਾਂ ਜਦੋਂ ਜ਼ਮਾਨਾ ਸੀਗਾ ਕਿ ਕਿਸੇ ਜ਼ਮਾਨੇ ਵਿੱਚ ਘਰ ਦੇ ਵਿੱਚ ਇੱਕ ਸਾਈਕਲ ਹੁੰਦਾ ਸੀਗਾ, ਉਹ ਜਿਹੜਾ ਸਾਈਕਲ ਸੀਗਾ ਉਹੀ ਹੈ ਨਾ ਉਹਦੇ ਨਾਲ ਬੜਾ ਸੁੱਖ ਸੀ, ਬੜਾ ਆਨੰਦ ਸੀਗਾ। ਪਰ ਸਮਾਂ ਪਾ ਕੇ ਇਹ ਜਦੋਂ ਤ੍ਰਿਸ਼ਨਾ ਜੂੰਝ ਇਨਸਾਨ ਦੀ ਵਧੀ ਹੈਗੀ ਆ, ਹੁਣ ਘਰਾਂ ਦੇ ਵਿੱਚ ਮੋਟਰਸਾਈਕਲ ਅਤੇ ਜਾਂ ਖਾਸ ਕਰਕੇ ਕਾਰਾਂ ਗੱਡੀਆਂ ਦੀ ਜਿਹੜੀ ਭਰਮਾਰ ਹੈਗੀ ਆ ਉਹ ਆਉਣੀ ਸ਼ੁਰੂ ਹੋ ਗਈ ਆ। ਹਰੇਕ ਡਿਜ਼ਾਇਨ ਦੇ ਵਿੱਚ ਨਵੇਂ ਤਰ੍ਹਾਂ ਦੇ ਮੋਟਰਸਾਈਕਲ, ਗੱਡੀਆਂ, ਕਾਰਾਂ, ਇਹਨਾਂ ਦਾ ਜਾਣੀ ਆਉਣਾ ਜਾਣਾ ਵੀ ਜਿਹੜਾ ਹੈ ਨਾ ਜਿੱਥੇ ਇਸ ਸੰਸਾਰ ਦੇ ਅੰਦਰ ਪ੍ਰਦੂਸ਼ਣ ਦਾ ਕਾਰਨ ਬਣਦਾ ਹੈਗਾ। ਇੱਕ ਘਰ ਦੇ ਵਿੱਚ ਜਿੰਨੇ ਜੀਵ ਆ ਉਨੀਆਂ ਜਿਹੜੀਆਂ ਗੱਡੀਆਂ ਹੋਣ ਦੇ ਨਾਲ ਵੀ ਇਹ ਜਿਹੜੀ ਹੈ ਨਾ ਆਵਾਜਾਈ ਜਾਂ ਗੱਡੀਆਂ ਖਰੀਦਣ ਦੀ ਜਾਂ ਸੈਰ ਸਪਾਟੇ ਦੀ ਭੁੱਖ ਆ, ਇਹ ਵੀ ਇਨਸਾਨ ਦੀ ਜਿਹੜੀ ਹੈ ਨਾ ਇਹ ਕਦੀ ਨਹੀਂ ਮਰਦੀ ਹੈਗੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਈ ਭੁੱਖਾਂ ਐਸੀਆਂ ਹੁੰਦੀਆਂ ਹਨ ਜਿਵੇਂ ਹਰੇਕ ਜੀਵ ਦੇ, ਹਰੇਕ ਇਨਸਾਨ ਦੇ, ਚਾਹੇ ਉਹ ਕਿਸੇ ਵੀ ਲੈਵਲ ਦੇ ਉੱਤੇ ਉਹ ਆਪਣੀ ਜਿਹੜੀ ਹੈਗੀ ਆ ਇਸ ਕਮਾਈ ਦੀ ਦੌੜ ਭੱਜ ਦੇ ਵਿੱਚ ਫਸਿਆ ਹੈ। ਉਹ ਚਾਹੁੰਦਾ ਹੈ ਕਿ ਮੈਂ ਇੱਕ ਚੰਗਾ ਡਾਕਟਰ ਬਣਾ ਜਾਂ ਇੱਕ ਇੰਜੀਨੀਅਰ ਜਾਂ ਕਲਾਕਾਰ ਜਾਂ ਸੰਗੀਤ ਵਿਗਿਆਨੀ, ਖਿਡਾਰੀ ਜਾਂ ਕੋਈ ਚੰਗਾ ਅਧਿਆਪਕ ਬਣਾ। ਪਰ ਇਹਦੇ ਵਾਸਤੇ ਜਿਹੜੀ ਹੈ ਨਾ ਇੱਕ ਕਾਬਲੀਅਤ ਹੈਗੀ ਆ, ਇਹ ਕਾਬਲੀਅਤ ਦੀ ਜਿਹੜੀ ਹੈ ਨਾ ਦੌੜ ਭੱਜ ਹੈ ਇਹ ਵੀ ਬੜੀ ਜ਼ਰੂਰੀ ਹੈਗੀ ਆ। ਪਰ ਕਿਉਂਕਿ ਹਰੇਕ ਦੀ ਜਿਹੜੀ ਹੈ ਨਾ ਕਾਬਲੀਅਤ ਹੈ ਇੱਕ ਦੂਜੇ ਦੇ ਤੋਂ ਅੱਗੇ ਵਧਣ ਦੀ, ਇਹ ਕੀ ਕਾਰਨ ਹੁੰਦਾ ਹੈਗਾ ਕਿ ਇਹਦੇ ਨਾਲ ਜਿਹੜੀ ਅੰਦਰ ਭੁੱਖ ਲੱਗਦੀ ਹੈਗੀ ਆ, ਕਾਬਲੀਅਤ ਦਾ ਹੋਣਾ ਬੜਾ ਜ਼ਰੂਰੀ ਹੈ। ਪਰ ਦੂਸਰੇ ਦੀ ਕਾਬਲੀਅਤ ਦੇਖ ਕੇ ਕਿਸੇ ਦੂਸਰੇ ਨੂੰ ਉਸ ਕਾਬਲੀਅਤ ਦੇ ਉੱਤੇ ਉਹਦੇ ਨਾਲ ਅਸੀਂ ਬੈਰ ਵਿਰੋਧ ਜਾਂ ਜਿਹੜੀ ਈਰਖਾ ਉਹ ਜਿਹੜਾ ਸੁਭਾਅ ਸਾਡੇ ਹੈ ਈਰਖਾ ਰੱਖਣੀ, ਇਹ ਜਿਹੜੀ ਹੈ ਨਾ ਇਨਸਾਨ ਵਾਸਤੇ ਬੜੀ ਮਾੜੀ ਹੈਗੀ ਆ। ਭਾਵ ਕਹਿਣ ਦਾ ਕੀ ਹੈ ਕਿ ਡਾਕਟਰ, ਇੰਜੀਨੀਅਰ, ਕਲਾਕਾਰ, ਇਹ ਜਿੰਨੀਆਂ ਵੀ ਜਿਹੜੀਆਂ ਚੀਜ਼ਾਂ, ਸੰਗੀਤ ਵਿਗਿਆਨੀ, ਖਿਡਾਰੀ ਜਾਂ ਟੀਚਰ ਹੈਗਾ, ਇਹ ਉਹ ਜਿਹੜੀਆਂ ਨੌਕਰੀਆਂ ਹੈਗੀਆਂ ਜਿਹਦੇ ਨਾਲ ਇਨਸਾਨ ਜਿਹੜਾ ਹੈ ਨਾ ਆਪਣੀ ਇਨਕਮ ਜਾਂ ਆਪਣੇ ਜੀਵਨ ਦੇ ਜੋ ਸਾਧਨ ਹੈਗੇ ਆ, ਖਾਸ ਕਰਕੇ ਧਨ ਦੌਲਤ, ਉਹ ਵਧਾਉਣ ਦੀ ਸੋਚਦਾ ਹੈਗਾ। ਪਰ ਅਸਲ ਦੇ ਵਿੱਚ ਕੀ ਹੁੰਦਾ ਕਿ ਇਨਸਾਨ ਦੇ ਅੰਦਰ ਜਿੱਥੇ ਪੈਸੇ ਦੀ ਇੰਨੀ ਭੁੱਖ ਵਾ ਨਾ ਉੱਥੇ ਇੰਨੇ ਵੱਡੇ ਜਿਹੜੇ ਵਧੀਆ ਅਹੁਦੇ ਹੈਗੇ ਆ,
ਇਹਨਾਂ ਦੇ ਵਿੱਚ ਜਾ ਕੇ ਇਨਸਾਨ ਨੂੰ ਚਾਹੀਦਾ ਹੈਗਾ ਕਿ ਇਹਨਾਂ ਅਹੁਦਿਆਂ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਪੇਸ਼ ਕਰਨ, ਜਿਨ੍ਹਾਂ ਸੇਵਾਵਾਂ ਦੇ ਨਾਲ ਪੂਰੇ ਸੰਸਾਰ ਦਾ ਭਲਾ ਹੋ ਸਕੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਨਸਾਨ ਦੇ ਅੰਦਰ ਸਮਾਂ ਪਾ ਕੇ ਇਨਸਾਨੀ ਜਿਹੜੇ ਗੁਣ ਹੈਗੇ ਆ ਉਹ ਬਹੁਤ ਘੱਟ ਗਏ ਹੈ, ਅਤੇ ਖਾਸ ਕਰਕੇ ਜਿਹੜੇ ਸਵਾਰਥ ਜਾਂ ਲੋਭ ਦੀ ਭੁੱਖ ਜਿਹੜੀ ਹੈ ਨਾ ਉਹ ਜ਼ਿਆਦਾ ਵੱਧ ਗਈ ਹੈਗੀ ਆ। ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਵੇਂ ਹੋਰ ਵੀ ਵਪਾਰਕ ਖੇਤਰ ਹੈਗੀ ਆ, ਵਪਾਰਕ ਖੇਤਰ ਜਾਂ ਰਾਜਨੀਤੀ ਖੇਤਰ ਦੇ ਅੰਦਰ ਜਿਹੜੀ ਦੌੜ ਜਿਹੜੀ ਹੈ ਇਹ ਵੀ ਇਸ ਦੀ ਦੌੜ ਦੀ ਜਿਹੜੀ ਨਾ ਭੁੱਖ ਉਹ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਜਿੱਥੇ ਵਪਾਰ ਦੇ ਖੇਤਰ ਦੇ ਅੰਦਰ ਇਨਸਾਨ ਜਿਹੜਾ ਨਾ ਤਰੱਕੀ ਕਰਨਾ ਚਾਹੁੰਦਾ ਹੈ, ਪਰ ਦੂਸਰੇ ਵਪਾਰੀ ਦੇ ਨਾਲ ਉਹਦੀ ਜਿਹੜੀ ਈਰਖਾ ਜਾਂ ਉਹਦਾ ਜ਼ਿੰਦਗੀ ਦਾ ਜਿਹੜਾ ਕੰਪੀਟੀਸ਼ਨ ਹੈ, ਇਸ ਮੁਕਾਬਲੇਬਾਜ਼ੀ ਦੇ ਵਿੱਚ ਇਨਸਾਨ ਦੀ ਭੁੱਖ ਜਿਹੜੀ ਹੈ ਨਾ ਉਹ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਇਨਸਾਨ ਦਾ ਜਿਹੜਾ ਜਾਂ ਉਹਨੂੰ ਸਿਖਾਉਣ, ਨੀਂਦ ਜਾਂ ਆਰਾਮ ਕਰਨ ਦੀ ਜਿਹੜੀ ਨਾ ਫੁਰਸਤ ਹੈਗੀ ਆ ਉਹ ਨਹੀਂ ਮਿਲ ਰਹੀ। ਭਾਵ ਕੀ ਆ ਵੀ ਉਹ ਖੁਸ਼ੀ ਨਹੀਂ ਹੋ ਰਹੀ ਹੈ ਜਿਹੜੀ ਖੁਸ਼ੀ ਜਿਹੜੀ ਹੈ ਨਾ ਕਿਸੇ ਐਸੇ ਸਹਿਜ ਦੇ ਵਿੱਚੋਂ, ਕਿਸੇ ਐਸੇ ਸੰਤੋਖ ਦੇ ਵਿੱਚੋਂ ਪੈਦਾ ਹੁੰਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜੇ ਅਸੀਂ ਰਾਜਨੀਤੀ ਦੀ ਦੌੜ ਦੀ ਕਰੀਏ, ਇਹ ਜਿਹੜੀ ਕੁਰਸੀਆਂ ਦੀ ਭੁੱਖ ਆ ਇਹ ਵੀ ਬੜੀ ਖਤਰਨਾਕ ਹੈ। ਇਸ ਭੁੱਖ ਨੇ ਹੈ ਨਾ ਇਨਸਾਨ ਨੂੰ ਇੱਥੋਂ ਦਰਜੇ ਤੱਕ ਐਡਾ ਵੱਡਾ, ਕਈ ਵਾਰੀ ਹੈਵਾਨੀਆਂ ਦੀ ਸ਼ਕਲ ਦੇ ਵਿੱਚ ਵੀ ਐਡਾ ਵੱਡਾ ਰਾਖਸ਼ ਬਣਾ ਦਿੱਤਾ ਹੈ ਨਾ ਕਿ ਇਸ ਰਾਜਨੀਤੀ ਦੀ ਜਿਹੜੀ ਕੁਰਸੀ ਦੀ ਭੁੱਖ ਆ, ਇਸ ਕੁਰਸੀ ਦੀ ਭੁੱਖ ਦੇ ਅੰਦਰ ਹਰੇਕ ਇਨਸਾਨ ਜਿਹੜਾ ਹੈ ਨਾ ਆਪਣੇ ਜੀਵਨ ਦੇ ਵਿੱਚ ਕੋਈ ਵੀ ਆਪਣੇ ਜੀਵਨ ਦਾ ਜਿਹੜਾ ਹੈ ਨਾ ਸਟੈਪ ਪੁੱਟ ਸਕਦਾ ਹੈਗਾ। ਇਸ ਕਰਕੇ ਗੱਲ ਕੀ ਹੈ ਕਿ ਹਰੇਕ ਆਦਮੀ ਚਾਹੁੰਦਾ ਹੈ ਕਿ ਪਹਿਲਾਂ ਪਿੰਡ ਦਾ ਪੰਚ ਹੋਵੇ ਜਾਂ ਸਰਪੰਚ, ਫਿਰ MLA, ਫਿਰ MP, ਫਿਰ ਇਸ ਤੋਂ ਉੱਤੇ ਪੋਸਟ ਜਿਹੜੀ ਆ ਗਾਂਹ ਤੋਂ ਗਾਂਹ ਉਹਦੀ ਜਿਹੜੀ ਖਿੱਚ ਹੈ ਪ੍ਰਧਾਨ ਮੰਤਰੀ ਜਾਂ ਦੁਨੀਆ ਦਾ ਉਹ ਸਭ ਤੋਂ ਉੱਚਾ ਉਹਦਾ ਬਣਨ ਦੀ ਜਿਹੜੀ ਭੁੱਖ ਹੈਗੀ ਆ, ਇਹ ਵੀ ਜਿਹੜੀ ਹੈ ਨਾ ਇਨਸਾਨ ਦੀ ਕਦੀ ਨਹੀਂ ਜਾਂਦੀ ਹੈਗੀ। ਇਸੇ ਤਰ੍ਹਾਂ ਅਸੀਂ ਹੋਰ ਵੀ ਦੇਖਦੇ ਹਾਂ ਕਿ ਇਸ ਤੋਂ ਬਾਅਦ ਜਿਹੜੀ ਹੋਰ ਵੀ ਇਨਸਾਨ ਨੇ ਆਪਣੇ ਨਾਲ ਐਸੇ ਐਬ, ਐਸੀਆਂ ਜਿਹੜੀਆਂ ਗੈਰ ਜ਼ਰੂਰੀ ਵਸਤਾਂ ਦਾ ਜਿਹਦੇ ਵਿੱਚੋਂ ਇਨਸਾਨ ਜਿਹੜਾ ਹੈਗਾ ਨਾ ਆਪਣੇ ਆਪ ਨੂੰ ਖੁਸ਼ ਰੱਖਣ ਦਾ ਯਤਨ ਕਰਦਾ ਹੈਗਾ, ਉਹਨਾਂ ਵਸਤਾਂ ਦੀ ਭੁੱਖ ਵੀ ਜਿਹੜੇ ਨੇ ਇੰਨੀ ਜ਼ਿਆਦਾ ਇਸ ਨੇ ਵਧਾ ਦਿੱਤੀ ਹੈਗੀ ਕਿ ਇਹ ਜਿਹੜੀ ਭੁੱਖ ਹੈ ਕਿਸੇ ਨਾ ਕਿਸੇ ਵੀ ਤਰੀਕੇ ਦੇ ਨਾਲ ਇਹਦੀ ਘਟਦੀ ਨਹੀਂ ਹੈ, ਸਗੋਂ ਦਿਨੋਂ ਦਿਨ ਵੱਧਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਅਮਲੀ ਹੁੰਦੇ ਹਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਜਿਹੜੀ ਅਮਲ ਦੀ ਭੁੱਖ ਹੈ ਕਦੀ ਵੀ ਨਹੀਂ ਜਾਂਦੀ। ਜਾਂ ਆਪਾਂ ਦੇਖਦੇ ਹਾਂ ਜਾਂ ਜੁਆਰੀਆਂ ਦੀ ਜੂਏ ਖੇਡਣ ਦੀ ਭੁੱਖ ਇਹ ਕਦੀ ਨਹੀਂ ਜਾਂਦੀ। ਚੋਰ ਜਿਹੜੇ ਆ ਕਦੀ ਚੋਰੀ ਨਹੀਂ ਛੱਡਦੇ, ਭਾਵੇਂ ਜੀਵਨ ਦੇ ਵਿੱਚ ਉਹ ਕਿੰਨੇ ਵੀ ਜਿਹੜੇ ਹਨ ਦੂਸਰਿਆਂ ਦਾ ਧਨ ਚਰਾ ਕੇ ਆਪਣੇ ਆਪ ਨੂੰ ਸੁਖੀ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰਨ, ਪਰ ਉਹਨਾਂ ਦੀ ਜਿਹੜੀ ਹੈ ਚੋਰੀ ਦੀ ਭੁੱਖ ਹੋਰ ਦੀ ਉਹ ਕਦੀ ਵੀ ਜਿਹੜੀ ਹੈਗੀ ਆ ਉਹਨਾਂ ਦੇ ਅੰਦਰ ਕਦੀ ਵੀ ਨਹੀਂ ਜਾਂਦੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਵੇਂ ਪੇਟ ਹੈ, ਪੇਟ ਨੂੰ ਰੋਟੀ ਦੀ ਭੁੱਖ ਹੈ, ਜਿਹੜਾ ਲੋਭੀ ਆਦਮੀ ਹੁੰਦਾ ਹੈ ਲੋਭੀ ਨੂੰ ਮਾਲ ਦੀ ਭੁੱਖ ਜਿਹੜੀ ਹੈ ਸਦਾ ਹੀ ਰਹਿੰਦੀ ਹੈਗੀ ਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਭੁੱਖ ਇਕੱਲੇ ਇਨਸਾਨਾਂ 'ਚ ਨਹੀਂ, ਇਹੋ ਜਿਹੜੀ ਤ੍ਰਿਸ਼ਨਾ ਦੀ ਸੁਭਾਅ ਦੀ ਖਿੱਚ ਹੈ ਨਾ, ਇੱਕ ਖਿੱਚ ਕੁਦਰਤੀ ਤੌਰ 'ਤੇ ਪਰਮੇਸ਼ਰ ਨੇ ਵੀ ਹੈ ਨਾ ਕਈਆਂ ਜੀਵਾਂ ਜਾਂ ਪਰਿੰਦਿਆਂ ਦੇ ਵਿੱਚ ਪਾਤੀ ਹੈ। ਜਿਵੇਂ ਅਸੀਂ ਭੰਵਰਾ ਦੇਖਦੇ ਹਾਂ, ਜਿਹੜਾ ਭੌਰਾ ਹੁੰਦਾ ਹੈ ਉਹਨੂੰ ਕਮਲ ਦੀ ਸੁਗੰਧੀ ਦੀ ਭੁੱਖ ਜਿਹੜੀ ਸਦਾ ਹੀ ਰਹਿੰਦੀ ਹੈਗੀ ਆ। ਪਤੰਗੇ ਨੂੰ ਜਿਹੜੀ ਹੈਗੀ ਇਹ ਦੀਵੇ ਦੀ ਰੋਸ਼ਨੀ ਦੀ ਭੁੱਖ ਸਦਾ ਰਹਿੰਦੀ ਆ। ਜਿਹੜਾ ਮਿਰਗ ਹੈ ਇਹਨੂੰ ਘੰਡੇ ਖਿੜੇ ਰਾਗ ਦੀ ਜਿਹੜੀ ਭੁੱਖ ਉਹ ਸਦਾ ਹੀ ਲੱਗੀ ਰਹਿੰਦੀ ਹੈ। ਮੱਛੀ ਨੂੰ ਜਿਹੜੀ ਜੀਭ ਦੇ ਸਵਾਦ ਦੀ ਭੁੱਖ ਲੱਗੀ ਰਹਿੰਦੀ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਜਿਵੇਂ ਹਾਥੀ ਨੂੰ ਕਾਮ ਰਸ ਦੀ ਭੁੱਖ ਸਦਾ ਲੱਗੀ ਰਹਿੰਦੀ ਆ। ਚਕੋਰ ਨੂੰ ਚੰਦਰਮਾ ਦੀ, ਚਕਵੀ ਨੂੰ ਸੂਰਜ ਦੀ, ਅਤੇ ਕਮਲ ਦਾ ਫੁੱਲ ਹੁੰਦਾ ਇਹਨੂੰ ਜਲ ਦੀ ਭੁੱਖ ਹੈ। ਇਸੇ ਤਰ੍ਹਾਂ ਅਸੀਂ ਥੋੜ੍ਹਾ ਜਿਹਾ ਅਗਰ ਕੁਦਰਤੀ ਤ੍ਰਿਸ਼ਨਾ ਜਾਂ ਕੁਦਰਤੀ ਭੁੱਖਾਂ ਦੀ ਗੱਲ ਕਰੀਏ, ਮੋਰ ਨੂੰ ਜਿਵੇਂ ਹੈ ਕਾਲੇ ਬੱਦਲਾਂ ਦੀ ਜਿਹੜੀ ਭੁੱਖ ਲੱਗੀ ਰਹਿੰਦੀ ਹੈ। ਮਾਂ ਦਾ ਜਿਹੜੀ ਭੁੱਖ ਪਿਆਰ ਹੈ ਪੋਤੇ ਦੇ ਨਾਲ ਸਦਾ ਲੱਗੀ ਰਹਿੰਦੀ ਹੈ। ਅਤੇ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਉਹ ਭੁੱਖਾਂ ਹੁੰਦੀਆਂ ਜਿਹੜੀਆਂ ਸਾਡੇ ਅੰਦਰੋਂ ਪ੍ਰਗਟ ਹੁੰਦੀਆਂ ਹੈ, ਉਹ ਕੀ ਹੁੰਦਾ, ਜਿਵੇਂ ਰੂਪ ਨੂੰ ਜਿਹੜੀ ਆ ਕਾਮ ਦੀ ਭੁੱਖ ਆ, ਪੇਟ ਨੂੰ ਰੋਟੀ ਦੀ ਭੁੱਖ ਲੱਗੀ ਰਹਿੰਦੀ ਆ। ਅਤੇ ਇਸ ਤਰ੍ਹਾਂ ਜਿਵੇਂ ਸਾਡਾ ਜਿਹੜਾ ਉੱਘਾ ਨੀਂਦਰਾ ਹੁੰਦਾ ਹੈਗਾ ਇਹਨੂੰ ਹੈ ਨਾ ਹਮੇਸ਼ਾ ਪਲੰਘ ਬਿਸਤਰ ਦੀ ਭੁੱਖ ਲੱਗੀ ਰਹਿੰਦੀ ਹੈ। ਅਤੇ ਹੰਸ ਹੈ, ਹੰਸ ਨੂੰ ਮਾਨ ਸਰੋਵਰਾਂ ਦੀ ਭੁੱਖ ਆ। ਕੋਹਲ ਨੂੰ ਜਿਹੜਾ ਹੈ ਨਾ ਜਦੋਂ ਅੰਬਾਂ ਦਾ ਸੀਜ਼ਨ ਹੁੰਦਾ ਹੈਗਾ ਅੰਬ ਦੇ ਉੱਤੇ ਬੈਠ ਕੇ ਸੰਗੀਤ ਬੋਲਣ ਦੀ ਭੁੱਖ ਲੱਗੀ ਰਹਿੰਦੀ ਹੈ। ਅਤੇ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਚੰਦਨ ਨੂੰ ਸੁਗੰਧੀ ਦੀ ਭੁੱਖ ਲੱਗੀ ਰਹਿੰਦੀ। ਭਾਵ ਕੀ ਆ ਕਿ ਭੁੱਖਾਂ ਜਿਹੜੀਆਂ ਹਨ ਇਹ ਅਨੇਕ ਕਿਸਮਾਂ ਦੀਆਂ ਵਾਹਿਗੁਰੂ ਜੀ ਨੇ ਭਰੀਆਂ ਹੈਗੀਆਂ, ਪਰ ਅਸਲ ਦੇ ਵਿੱਚ ਹੈ ਕਿ ਇਹਨਾਂ ਭੁੱਖਾਂ ਦੇ ਵਿੱਚੋਂ ਇਨਸਾਨ ਨੇ ਕਈ ਕੁਛ ਜੋ ਬਾਹਰ ਕੁਦਰਤੀ ਭੁੱਖਾਂ ਦੇ ਵਿੱਚੋਂ ਸਿੱਖ ਕੇ ਆਪਣੇ ਜੀਵਨ ਦੇ ਅੰਦਰ ਹਟਾਉਣਾ ਹੈਗਾ ਕਿ ਕਿਹੜੀ ਐਸੀ ਭੁੱਖ ਹੈਗੀ ਆ ਜਿਸ ਭੁੱਖ ਦੇ ਨਾਲ, ਜਿਸ ਲਾਲਚ ਦੇ ਨਾਲ ਇਨਸਾਨ ਦਾ ਜੀਵਨ ਦੇ ਵਿੱਚ ਭਲਾ ਹੋ ਸਕੇ, ਉਹਦਾ ਕਿਰਦਾਰ ਉੱਚਾ ਹੋ ਸਕੇ, ਜੀਵਨ ਉੱਚਾ ਹੋ ਸਕੇ। ਸੋ ਐਸੀ ਸਥਿਤੀ ਦੇ ਵਿੱਚ ਨਾ ਇਨਸਾਨ ਜਿਹੜਾ ਹੈਗਾ ਉਸ ਨੂੰ ਜਾਣ ਦੀ ਜ਼ਰੂਰਤ ਹੈਗੀ ਆ।
ਜਿਵੇਂ ਅਸੀਂ ਦੇਖਦੇ ਹਾਂ ਕਿ ਅਗਰ ਅਸੀਂ ਰੂਹਾਨੀਅਤ ਦੇ ਖੇਤਰ ਦੇ ਵਿੱਚ ਦੇਖਦੇ ਹਾਂ, ਖੇਤਰ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੇ ਭਗਤ ਹੈਗੇ ਹਨ, ਭਗਤਾਂ ਨੂੰ ਵਾਹਿਗੁਰੂ ਦੀ ਜਿਹੜੀ ਹੈ ਉਹ ਸਿਫਤ ਸਲਾਹ ਦੀ ਭੁੱਖ ਹਮੇਸ਼ਾ ਲੱਗੀ ਰਹਿੰਦੀ ਆ। ਪਰ ਇਹੋ ਜਿਹੜੀਆਂ ਭੁੱਖਾਂ ਹਨ ਇਹ ਬਹੁਤ ਹੀ ਉੱਚੀ ਵਾਹਿਗੁਰੂ ਦੀ ਕਿਰਪਾਲਤਾ ਦੇ ਨਾਲ ਅੰਦਰੋਂ ਜਿਹੜੀਆਂ ਪੈਦਾ ਹੁੰਦੀਆਂ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਨਾਨਕ ਭਗਤਾਂ ਭੁੱਖ ਸਲਾਹਨ ਸਤਨਾਮ ਕਰਤਾਰ, ਕੇ ਭਗਤਾਂ ਨੂੰ ਜਿਹੜੀ ਹੈ ਨਾ ਭੁੱਖ ਲੱਗੀ ਰਹਿੰਦੀ ਹੈਗੀ, ਉਹ ਕਿਹਦੀ? ਉਸ ਸਿਫਤ ਸਲਾਹ ਦੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹਨਾਂ ਨੂੰ ਸੇਵਾ ਦੀ ਭੁੱਖ ਲੱਗੀ ਰਹਿੰਦੀ ਹੈ। ਅਤੇ ਹੋਰ ਆਪਾਂ ਦੇਖਦੇ ਹਾਂ ਜਿਵੇਂ ਕੀਰਤਨੀਏ ਸਿੰਘ ਆ, ਉਹਨਾਂ ਨੂੰ ਕੀਰਤਨ ਦੀ ਭੁੱਖ ਲੱਗੀ ਰਹਿੰਦੀ ਆ। ਅਤੇ ਇਸ ਤਰ੍ਹਾਂ ਸਾਧ ਸੰਗਤ ਦੇ ਅੰਦਰ ਜਿਹੜੇ ਬਚਨ ਚੱਲਦੇ ਹੈ, ਜੋ ਬਚਨ ਸੁਣਨ ਦੀ ਜਿਹੜੀ ਅੰਦਰ ਖਿੱਚ ਭੁੱਖ ਹੈਗੀ ਇਹ ਲੱਗੀ ਰਹਿੰਦੀ ਹੈ। ਅਤੇ ਸਮਾਧੀ ਦੀ ਭੁੱਖ ਲੱਗੀ ਰਹਿੰਦੀ ਆ, ਅਤੇ ਗੁਰੂ ਦੇ ਦਰਸ਼ਨਾਂ ਦੀ ਭੁੱਖ ਲੱਗੀ ਰਹਿੰਦੀ ਹੈ। ਇਹ ਜਿਹੜੀਆਂ ਭੁੱਖਾਂ ਹਨ ਇਹ ਅਤ ਉੱਤਮ ਭੁੱਖਾਂ ਹੁੰਦੀਆਂ, ਕਿਉਂਕਿ ਇਹ ਭੁੱਖਾਂ ਜਿਹੜੀਆਂ ਹਨ ਇਹ ਜਿਹੜੀ ਤ੍ਰਿਸ਼ਨਾ ਹੈਗੀ ਆ, ਇਸ ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ ਨਾ ਇਹਨੂੰ ਸ਼ੁੱਧ ਤ੍ਰਿਸ਼ਨਾ ਆਖਦੇ ਆ। ਭਾਵ ਕੀ ਆ, ਸਾਡੀ ਭੁੱਖ ਉਹ ਚਾਹੀਦੀ ਹੈ, ਉਹ ਅੰਦਰ ਜਿਹੜੀ ਲਗਨ ਚਾਹੀਦੀ ਹੈਗੀ, ਐਸੀ ਖਿੱਚ ਚਾਹੀਦੀ, ਐਸਾ ਲਾਲਚ ਚਾਹੀਦਾ ਜਿਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਵਰਤ ਕੇ ਕਮਾ ਕੇ ਉਹਦੇ ਉੱਪਰ ਚੱਲ ਕੇ ਸਾਡਾ ਜੀਵਨ ਉੱਚਾ ਹੋ ਸਕੇ। ਭਾਵ ਕਿ ਅਸੀਂ ਵਾਹਿਗੁਰੂ ਜੀ ਦੇ ਪ੍ਰਤੀ ਜਾਣ ਸਕੀਏ, ਆਪਣੇ ਆਪ ਦੀ ਖੋਜ ਕਰ ਸਕੀਏ, ਆਪਣੀ ਆਤਮਾ ਨੂੰ, ਆਪਣੀ ਸਪਿਰਿਟ ਨੂੰ, ਆਪਣੀ ਮੱਤ ਨੂੰ ਉੱਚਾ ਬਣਾ ਸਕੀਏ। ਪਰ ਜਿਉਂ-ਜਿਉਂ ਇਹ ਜਿਹੜੀ ਹਨ ਰੂਹਾਨੀਅਤ ਦੀ ਭੁੱਖ ਹੈਗੀ ਆ, ਜਿਉਂ-ਜਿਉਂ ਸਾਡੇ ਅੰਦਰ ਲੱਗੂਗੀ ਅਸਲ ਦੇ ਵਿੱਚ ਸਾਨੂੰ ਇਹ ਦੱਸਿਆ ਹੈਗਾ ਗੁਰਬਾਣੀ ਦੇ ਵਿੱਚ ਕਿ ਜਿੰਨੀਆਂ ਵੀ ਦੁਨਿਆਵੀ ਭੁੱਖਾਂ ਹਨ ਇਸ ਭੁੱਖਾਂ ਤੋਂ ਆਪਣੇ ਮਨ ਨੂੰ ਹੋੜ ਕੇ ਮੋੜ ਕੇ ਕੇਵਲ ਤੇ ਕੇਵਲ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਐਸੀ ਭੁੱਖ ਅੰਦਰ ਪੈਦਾ ਕਰਨੀ ਚਾਹੀਦੀ ਹੈ ਜਿਸ ਭੁੱਖ ਦੇ ਨਾਲ ਇਹ ਇਨਸਾਨ ਦੀ ਜਿਹੜੀ ਰੂਹਾਨੀਅਤ ਹੈਗਾ ਜਾਂ ਅੰਦਰ ਖੇੜਾ, ਖੁਸ਼ੀ, ਸ਼ਾਂਤੀ, ਇਹ ਚੀਜ਼ਾਂ ਅੰਦਰ ਪੈਦਾ ਹੋ ਜਾਣ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਹੋਂ ਲਾਲਚ ਹੋਂ ਗੁਣ ਤੋਂ ਚਿਰੋ, ਕਿ ਮੈਨੂੰ ਇਹ ਲਾਲਚ ਹੋਵੇ ਮੈਂ ਵਾਹਿਗੁਰੂ ਤੇਰੇ ਗੁਣ ਵੱਧ ਤੋਂ ਵੱਧ ਗਾ ਸਕਾਂ। ਸੋ ਇਹ ਜੇ ਵੱਧ ਗੁਣਾਂ ਦੀ ਜਿਹੜੀ ਗਾਉਣ ਦੀ ਭੁੱਖ ਹੈਗੀ ਆ ਇਹ ਇਨਸਾਨ ਦੇ ਅੰਦਰ ਲੱਗੇ ਤੇ ਇਹ ਜਿਹੜੀ ਭੁੱਖ ਹੈ ਇਹ ਦੁੱਖਾਂ ਨੂੰ ਖਾ ਜਾਂਦੀ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਵਾਹਿਗੁਰੂ ਦਾ ਨਾਮ ਜਿਹੜਾ ਉਹ ਔਖਾ ਹੈ, ਆਖਣ ਔਖਾ ਸਾਚਾ ਨਉ, ਪਰ ਨਾਲ ਕਹਤਾ ਸਾਚੇ ਨਾਮ ਕੀ ਲਾਗੇ ਭੂਖ, ਤੇ ਉਤ ਭੂਖੇ ਖਾਈ ਚੱਲੀਏ ਦੁੱਖ। ਇਹ ਭੁੱਖ ਜਿਹੜੀ ਹੈ ਇਹ ਦੁੱਖਾਂ ਨੂੰ ਖਾ ਜਾਂਦੀ ਹੈ। ਤੇ ਜਦੋਂ ਇਹ ਜਿਹੜੀ ਭੁੱਖ ਵਾਹਿਗੁਰੂ ਦੀ ਕਿਰਪਾ ਨਾਲ ਪੈਦਾ ਹੁੰਦੀ ਦੁੱਖਾਂ ਨੂੰ ਖਾਂਦੀ ਹੈ ਤੇ ਇਨਸਾਨ ਦਾ ਜੀਵਨ ਫਿਰ ਚੜ੍ਹਦੀ ਕਲਾ ਵਾਲਾ ਹੋ ਜਾਂਦਾ ਹੈਗਾ। ਜਦ ਉਹਦਾ ਜੀਵਨ ਚੜ੍ਹਦੀ ਕਲਾ ਵਾਲਾ ਹੋ ਜਾਂਦਾ ਤਾਂ ਉਹਨੂੰ ਇਸ ਚੀਜ਼ ਦਾ ਇਲਮ ਗਿਆਨ ਉਹਦੇ ਅੰਦਰ ਆ ਜਾਂਦਾ ਕਿ ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਕਿ ਬਿਨਾਂ ਸੰਤੋਖ ਤੋਂ ਇਨਸਾਨ ਕਦੀ ਨਹੀਂ ਰੱਜਦਾ ਹੈਗਾ, ਅਤੇ ਸੰਤੋਖ ਤੋਂ ਬਿਨਾਂ ਬਾਕੀ ਜ਼ਿੰਦਗੀ ਦੀ ਜਿੰਨੀ ਵੀ ਦੌੜ ਭੱਜ ਹੁੰਦੀ ਹੈ ਇੱਕ ਸੁਪਨੇ ਦੀ ਨਿਆਈ ਹੁੰਦੀ ਹੈ। ਪਰ ਜਿਉਂ-ਜਿਉਂ ਇਨਸਾਨ ਜਿਹੜਾ ਹੈਗਾ ਉਹ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਹੈਗਾ, ਜੁੜਨ ਤੋਂ ਬਾਅਦ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕਰਦਾ ਇਸ ਕਮਾਈ ਤੋਂ ਬਾਅਦ ਫਿਰ ਇਨਸਾਨ ਦੇ ਅੰਦਰ ਇਸ ਚੀਜ਼ ਦਾ ਜਿਹੜਾ ਗਿਆਨ ਖੁੱਲ੍ਹਦਾ ਉਸ ਗਿਆਨ ਦੇ ਵਿੱਚ ਫਿਰ ਇਨਸਾਨ ਨੂੰ ਪਤਾ ਲੱਗਦਾ ਹੈਗਾ ਕਿ ਭਾਈ ਜਿਹੜੀਆਂ ਮੈਂ ਤ੍ਰਿਸ਼ਨਾ, ਖਾਸ਼ਾਂ, ਭੁੱਖਾਂ ਦੀ ਜਿਹੜੀ ਢੂੰਡ ਹੈਗੀ ਆ ਦੁਨੀਆ ਦੇ ਸੰਸਾਰੀ ਪਦਾਰਥਾਂ ਦੇ ਵਿੱਚੋਂ ਲੱਭਦਾ ਰਿਹਾ ਹੈ, ਅਸਲ ਜਿਹੜਾ ਭੁੱਖ ਹੈਗਾ, ਜੋ ਰੁਚੀ ਹੈ, ਜੋ ਤ੍ਰਿਸ਼ਨਾ ਹੈਗੀ ਆ, ਅਸਲ ਉਹ ਸ਼ੁੱਧ ਤ੍ਰਿਸ਼ਨਾ ਹੈ, ਉਹ ਭੁੱਖ ਹੈ। ਉਹ ਭੁੱਖ ਹੈ ਨਾਮ ਦੀ। ਅਗਰ ਵਾਹਿਗੁਰੂ ਦੇ ਨਾਮ ਦੀ ਅੰਦਰ ਭੁੱਖ ਲੱਗੇ ਅਤੇ ਨਾਮ ਦੇ ਨਾਲ ਸਾਡਾ ਪ੍ਰੇਮ, ਪਿਆਰ ਅਤੇ ਲਗਾਵ ਪੈਦਾ ਹੋਵੇ ਤਾਂ ਇਨਸਾਨ ਦਾ ਜਿਹੜਾ ਜੀਵਨ ਹੈ ਇਹ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਸਕਦਾ ਹੈ। ਸੋ ਗੁਰਬਾਣੀ ਨੇ ਸਾਨੂੰ ਸਮਝਾਇਆ ਹੈਗਾ ਕਿ ਇਹ ਜਿਹੜੀ ਭੁੱਖ ਹੈ ਇਹ ਨਾਮ ਜਪਣ ਤੋਂ ਬਗੈਰ ਕਦੀ ਨਹੀਂ ਲਿੱਥ ਸਕਦੀ ਸੰਸਾਰੀ, ਕਿਉਂਕਿ ਨਾਮ ਜਪਣ ਦੇ ਨਾਲ ਅੰਦਰ ਜਿਹੜਾ ਸਤ ਸੰਤੋਖ ਹੁੰਦਾ ਹੈਗਾ। ਜਦ ਸੰਤੋਖ ਆ ਜਾਂਦਾ ਅੰਦਰ ਤਾਂ ਬਸ ਫਿਰ ਕੀ ਹੈ, ਸੰਤੋਖ ਜਿਹੜਾ ਸਭ ਤੋਂ ਵੱਡਾ ਹੈ। ਕਿਉਂ ਬਾਣੀ ਕਹਿੰਦੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਧਿਆਇਆ, ਕਿਉਂਕਿ ਪਰਮੇਸ਼ਰ ਦੀ ਬੰਦਗੀ ਉਹ ਕੇਵਲ ਤੇ ਕੇਵਲ ਸੰਤੋਖੀ ਆਤਮਾ ਹੀ ਕਰ ਸਕਦੀਆਂ ਹੈ, ਜਿਨ੍ਹਾਂ ਦੇ ਅੰਦਰ ਦੁਨੀਆ ਦੀਆਂ ਜਿਹੜੀਆਂ ਤ੍ਰਿਸ਼ਨਾ ਦੀ ਭੁੱਖ ਹੈਗੀ ਆ, ਮਨ ਉਧਰੋਂ ਉਪਰਾਮ ਹੋ ਕੇ ਵਾਹਿਗੁਰੂ ਦੀ ਸਿਫਤ ਸਲਾਹ ਦੀ ਭੁੱਖ ਦੇ ਅੰਦਰ ਜਦੋਂ ਆ ਕੇ ਜੁੜ ਜਾਂਦਾ ਹੈਗਾ। ਜਦ ਇਹ ਸ਼ੁੱਧ ਭੁੱਖ, ਸ਼ੁੱਧ ਤ੍ਰਿਸ਼ਨਾ, ਸ਼ੁੱਧ ਚਾਹਤ ਅੰਦਰੋਂ ਪੈਦਾ ਹੋ ਜਾਂਦੀ ਆ ਤੇ ਮਨ ਦੇ ਵਿੱਚ ਫਿਰ ਜਦ ਇਹ ਬੇਨਤੀ ਬਣਦੀ ਹੈ ਕਿ ਤੋਰ ਭਜਨ ਕੀ ਰਹੇ ਪਿਆਸਾ,
ਕਿ ਵਾਹਿਗੁਰੂ ਮੈਨੂੰ ਤੇਰੇ ਭਜਨ ਦੀ ਪਿਆਸ ਦੀ ਜਿਹੜੀ ਹੈ ਨਾ ਭੁੱਖ ਆਏ ਸਦਾ ਹੀ ਲੱਗੀ ਰਹੇ, ਤੇ ਐਸੀ ਭੁੱਖ ਲੱਗੇ ਕਿ ਤੁਮੇ ਛੱਡ ਕੋ ਅਬਰ ਨਾ ਧਿਆਉਂ, ਜੋ ਵਰ ਚਾਹੂੰ ਸੋ ਤੁਮ ਤੇ ਪਾਉਂ, ਕਿ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਵੱਲ ਇੱਕ ਰਤਾ ਵੀ ਕਦੀ ਝਾਕ ਨਾ ਰੱਖਾਂ, ਤੇ ਜਿਸ ਚੀਜ਼ ਦੀ ਵੀ ਇੱਛਾ ਹੋਵੇ ਉਹ ਇੱਛਾ ਵਾਹਿਗੁਰੂ ਤੁਸੀਂ ਮੇਰੀ ਆਪ ਪੂਰੀ ਕਰੋ। ਭਾਵ ਕੀ ਹੈ ਕਿ ਜਿਸ ਚੀਜ਼ ਦੀ ਵੀ ਇੱਛਾ ਹੈਗੀ ਆ ਉਹ ਮੈਨੂੰ ਤੇਰੇ ਤੋਂ ਹੀ ਪ੍ਰਾਪਤ ਹੋਊਗੀ। ਜਦੋਂ ਮਨ ਦੇ ਵਿੱਚ ਇਹ ਦ੍ਰਿੜਤਾ ਬਣ ਜਾਂਦੀ ਹੈ ਕਿ ਉਹ ਜਿਹੜੀ ਇੱਛਾ ਜਗਿਆਸੂ ਦੇ ਅੰਦਰ ਪੈਦਾ ਹੁੰਦੀ ਹੈ ਉਹ ਪਰਮੇਸ਼ਰ ਦੀ ਹੀ ਇੱਛਾ ਹੁੰਦੀ ਹੈ। ਉਸ ਅਕਾਲ ਸ਼ਕਤੀ ਨੇ ਉਸੇ ਆਪਣੇ ਭਗਤ ਪਿਆਰੇ ਹਰਜਨ ਦੇ ਥਰੂ ਹੀ ਕੋਈ ਨਾ ਕੋਈ ਕਾਜ ਸਵਾਰਨਾ ਹੁੰਦਾ ਹੈ। ਸੋ ਇਹ ਜਿਹੜੀ ਹੈ ਨਾ ਇਹ ਸ਼ੁਭ ਇੱਛਾ ਹੁੰਦੀ ਹੈ, ਸ਼ੁਭ ਭਾਵਨਾ ਹੁੰਦੀ ਹੈ। ਇਹ ਸ਼ੁਭ ਇੱਛਾ ਸ਼ੁਭ ਭਾਵਨਾ ਜਿਹੜੀ ਹੈ ਨਾ ਉਸ ਇਨਸਾਨ ਦੇ ਅੰਦਰ ਜਦ ਜਾਗਦੀ ਹੈ ਤਾਂ ਉਹ ਫਿਰ ਇਨਸਾਨ ਜਿਹੜਾ ਜਿੱਥੇ ਆਪਣਾ ਕਾਰਜ ਸਵਾਰ ਕੇ ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਕਰਦਾ ਹੈਗਾ ਤੇ ਉੱਥੇ ਸੰਸਾਰ ਦੇ ਵਿੱਚ ਵੀ ਜਿਹੜਾ ਹੈਗਾ ਇਹ ਜੀਵਨ ਦਾ ਭਲਾ ਕਰਕੇ ਤੇ ਪਰਉਪਕਾਰੀ ਨਾਮ ਦਾ ਜਿਹੜਾ ਨਿਮਾਣਾ ਹੈਗਾ ਉਹ ਸੰਸਾਰ ਦੇ ਵਿੱਚੋਂ ਖੱਟਦਾ ਹੈ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।